ਸਾਰਿਆਂ ਨੂੰ ਜੈ ਮਸੀਹ ਦੀ। ਅੱਜ ਅਸੀਂ ਵਚਨ ਦੇ ਵਿੱਚੋਂ ਪੜ੍ਹਾਂਗੇ ਜਿਹੜਾ ਕਿ ਸਾਡੇ ਆਤਮਿਕ ਪਿਤਾ ਪ੍ਰੇਰਿਤ ਅੰਕੁਰ ਨਰੂਲਾ ਜੀ ਦੁਆਰਾ ਲਿਖਿਆ ਗਿਆ ਹੈ। ਤੁਸੀਂ ਪਰਮੇਸ਼ਵਰ ਨੂੰ ਹਰਾ ਨਹੀਂ ਸਕਦੇ। ਜਿੱਦਾਂ ਕਿ ਪਹਿਲਾ ਰਾਜਾ 6:38 ਦੀ 7 ਤੋਂ 1 ਆਇਤ ਵਿੱਚ ਲਿਖਿਆ ਹੈ, ਮੰਦਰ ਸਾਲ ਦੇ 8ਵੇਂ ਮਹੀਨੇ ਬੂਲ ਦੇ ਮਹੀਨੇ ਵਿੱਚ ਖਤਮ ਹੋਇਆ। ਇਹ ਸੁਲੇਮਾਨ ਦੇ ਸ਼ਾਸਨ ਦੇ 11ਵੇਂ ਵਰ੍ਹੇ ਵਿੱਚ ਸੀ। ਮੰਦਰ ਨਕਸ਼ੇ ਅਨੁਸਾਰ ਹੀ ਬਣਾਇਆ ਗਿਆ ਸੀ। ਸੁਲੇਮਾਨ ਪਾਤਸ਼ਾਹ ਨੇ ਆਪਣੇ ਲਈ ਵੀ ਇੱਕ ਮਹਿਲ ਬਣਵਾਇਆ। ਉਸ ਦੇ ਮਹਿਲ ਨੂੰ ਪੂਰੇ ਹੋਣ ਵਿੱਚ 13 ਵਰ੍ਹੇ ਲੱਗੇ। ਮੇਰੇ ਪਿਆਰਿਓ, ਬਾਈਬਲ ਵਿੱਚ ਲਿਖਿਆ ਹੈ ਕਿ ਜਦੋਂ ਸੁਲੇਮਾਨ ਰਾਜੇ ਨੇ ਗਿਬੋਨ ਵਿੱਚ 1000 ਹੋਮ ਬਲੀਆਂ ਚੜ੍ਹਾਈਆਂ ਤਾਂ ਪਰਮੇਸ਼ਵਰ ਨੇ ਉਸ ਨੂੰ ਸੁਪਨੇ ਵਿੱਚ ਦਰਸ਼ਨ ਦਿੱਤਾ। ਪਰਮੇਸ਼ਵਰ ਨੇ ਉਸ ਨੂੰ ਬਹੁਤ ਸਾਰਾ ਧਨ ਦੌਲਤ ਅਤੇ ਅਮੀਰੀ ਦਾ ਵਰਦਾਨ ਦਿੱਤਾ। ਲਿਖਿਆ ਹੈ ਕਿ ਸੁਲੇਮਾਨ ਨੇ ਤਦ ਪਰਮੇਸ਼ਵਰ ਦਾ ਭਵਨ ਬਣਾਇਆ, ਜਿਸ ਨੂੰ ਬਣਾਉਣ ਦੇ ਲਈ ਉਸ ਨੂੰ 7 ਸਾਲ ਲੱਗੇ ਅਤੇ ਉਸ ਨੂੰ ਆਪਣਾ ਘਰ ਬਣਾਉਣ ਵਿੱਚ 14 ਸਾਲ ਲੱਗੇ, ਜੋ ਕਿ ਪਰਮੇਸ਼ਵਰ ਦੇ ਭਵਨ ਤੋਂ ਵੱਡਾ ਸੀ। ਮੇਰੇ ਪਿਆਰਿਓ, ਇਹ ਵੇਖ ਕੇ ਮੈਨੂੰ ਚੰਗਾ ਨਹੀਂ ਲੱਗਿਆ, ਕਿਉਂਕਿ ਸੁਲੇਮਾਨ ਦਾ ਘਰ ਪਰਮੇਸ਼ਵਰ ਦੇ ਘਰ ਤੋਂ ਵੱਡਾ ਸੀ, ਜਦੋਂ ਕਿ ਪਰਮੇਸ਼ਵਰ ਦਾ ਘਰ ਵੱਡਾ ਹੋਣਾ ਚਾਹੀਦਾ ਸੀ। ਤਾਂ ਮੈਂ ਫਿਰ ਤੋਂ ਇਸ ਵਚਨ ਨੂੰ ਪੜ੍ਹਿਆ ਤਾਂ ਕਿ ਪਰਮੇਸ਼ਵਰ ਮੈਨੂੰ ਇਸ ਵਚਨ ਨੂੰ ਸਮਝਾ ਸਕੇ। ਪਰਮੇਸ਼ਵਰ ਨੇ ਕਿਹਾ ਕਿ ਆਤਮਿਕਤਾ ਦੇ ਅਨੁਸਾਰ ਇਹ ਠੀਕ ਹੈ, ਕਿਉਂਕਿ ਤੁਸੀਂ ਮੈਨੂੰ ਕਦੀ ਵੀ ਹਰਾ ਨਹੀਂ ਸਕਦੇ। ਜੇਕਰ ਤੁਸੀਂ ਮੈਨੂੰ 60 ਹੱਥ ਲੰਬਾ ਅਤੇ 20 ਹੱਥ ਚੌੜਾ ਭਵਨ ਦੇਵੋ ਤਾਂ ਮੈਂ ਤੁਹਾਨੂੰ 120 ਹੱਥ ਦਾ ਕਰ ਦੇ ਸਕਦਾ ਹਾਂ। ਇਹਦਾ ਮਤਲਬ ਹੈ ਕਿ ਤੁਸੀਂ ਜੋ ਬੀਜਦੇ ਹੋ, ਪਰਮੇਸ਼ਵਰ ਤੁਹਾਨੂੰ ਉਸ ਦਾ 2 ਗੁਣਾ ਵਾਪਸ ਕਰਦਾ ਹੈ, ਕਿਉਂਕਿ ਕੋਈ ਵੀ ਇਨਸਾਨ ਪਰਮੇਸ਼ਵਰ ਨੂੰ ਹਰਾ ਨਹੀਂ ਸਕਦਾ। ਜੇਕਰ ਤੁਸੀਂ 100 ਰੁਪਏ ਬੀਜੋਗੇ ਤਾਂ ਪਰਮੇਸ਼ਵਰ ਤੁਹਾਨੂੰ 1000 ਰੁਪਏ ਵਾਪਸ ਕਰੇਗਾ। ਪਰਮੇਸ਼ਵਰ ਕਹਿੰਦਾ ਹੈ ਕਿ ਤੁਸੀਂ ਮੈਨੂੰ ਕੀ ਦੇ ਸਕਦੇ ਹੋ। ਜੇਕਰ ਤੁਹਾਡਾ ਬੀਜਣਾ, ਪ੍ਰਾਰਥਨਾ ਅਤੇ ਰੋਜ਼ੇ ਠੀਕ ਹਨ ਅਤੇ ਬਾਈਬਲ ਦੇ ਵਚਨ ਤੁਹਾਡੇ ਅੰਦਰ ਹਨ, ਤਾਂ ਪਰਮੇਸ਼ਵਰ ਤੁਹਾਨੂੰ ਅਤੇ ਤੁਹਾਡੇ ਵੰਸ਼ ਨੂੰ ਵੀ ਬਰਕਤ ਦਿੰਦਾ ਹੈ। ਤੁਸੀਂ ਦੁੱਖਾਂ ਤੋਂ ਛੁਟਕਾਰਾ ਪਾਉਂਦੇ ਹੋ ਅਤੇ ਆਪਣੇ ਪਿਓ ਦਾਦਿਆਂ ਦੇ ਸ਼ਰਾਪਾਂ ਤੋਂ ਤੋੜਦੇ ਹੋ ਅਤੇ ਆਪਣੇ ਪਿਓ ਦਾਦਿਆਂ ਦੇ ਸ਼ਰਾਪਾਂ ਨੂੰ ਤੋੜਦੇ ਹੋ। ਮਰੀਅਮ ਜਦੋਂ ਪ੍ਰਭੂ ਯਿਸੂ ਮਸੀਹ ਦੇ ਪੈਰਾਂ ਦੇ ਉੱਤੇ ਇਤਰ ਪਾਉਂਦੀ ਹੈ ਤਾਂ ਚੇਲੇ ਉਸ ਨੂੰ ਬੋਲਣ ਲੱਗ ਜਾਂਦੇ ਹਨ ਕਿ ਇਹ ਇਤਰ 200 ਦਿਨਾਰ ਵਿੱਚ ਵੇਚ ਕੇ ਉਹਨਾਂ ਪੈਸਿਆਂ ਨੂੰ ਗਰੀਬਾਂ ਵਿੱਚ ਵੰਡਿਆ ਜਾ ਸਕਦਾ ਸੀ।
ਪਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਉਸ ਨੂੰ ਪਰੇਸ਼ਾਨ ਨਾ ਕਰੋ, ਕਿਉਂਕਿ ਉਹਨੇ ਮਰਨ ਤੋਂ ਪਹਿਲਾਂ ਹੀ ਮੇਰਾ ਮਸਾ ਕੀਤਾ ਹੈ। ਜੇਕਰ ਅੱਜ ਤੁਹਾਡੇ ਕੋਲੋਂ 12 ਚੇਲਿਆਂ ਦੇ ਨਾਮ ਪੁੱਛੇ ਜਾਣ ਤਾਂ ਤੁਹਾਨੂੰ ਯਾਦ ਨਹੀਂ ਹੋਣਗੇ, ਪਰ ਜਿਸ ਨੇ ਪਰਮੇਸ਼ਵਰ ਦੇ ਉੱਤੇ ਇਤਰ ਮਲਿਆ ਸੀ, ਪਰ ਉਸ ਮਰੀਅਮ ਨੂੰ ਜ਼ਰੂਰ ਜਾਣਦੇ ਹੋਵੋਗੇ। ਇਸ ਲਈ ਤੁਸੀਂ ਜਦੋਂ ਵੀ ਪਰਮੇਸ਼ਵਰ ਦੇ ਲਈ ਕੁਝ ਕਰੋ ਤਾਂ ਇਹ ਸੋਚ ਕੇ ਨਾ ਕਰੋ ਕਿ ਪਰਮੇਸ਼ਵਰ ਨੂੰ ਇਸ ਦੀ ਜ਼ਰੂਰਤ ਹੈ, ਬਲਕਿ ਤੁਸੀਂ ਜੋ ਵੀ ਬੀਜੋਗੇ ਉਹੀ ਕੱਟੋਗੇ। ਤੁਹਾਡਾ ਬੀਜਣਾ ਚਾਹੇ ਜੋ ਕੁਝ ਵੀ ਹੋਵੇ, ਚਾਹੇ ਤੁਹਾਡਾ ਪੈਸਾ, ਸਮਾਂ ਜਾਂ ਪ੍ਰਾਰਥਨਾ ਹੋਵੇ, ਜਾਂ ਤੁਸੀਂ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਦੇ ਹੋਵੋ, ਇਹਨਾਂ ਸਾਰੇ ਕੰਮਾਂ ਤੋਂ ਤੁਸੀਂ ਬਰਕਤ ਪਾਉਂਦੇ ਹੋ ਅਤੇ ਪਰਮੇਸ਼ਵਰ ਤੁਹਾਡੇ ਵੰਸ਼ਾਂ ਤੱਕ ਨੂੰ ਵੀ ਬਰਕਤ ਦਿੰਦਾ ਹੈ। ਆਮੀਨ।